ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਟਾਨੀ ਐਟ ਲਾਅ ਅਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਜਿਹੜਾ ਵੀਕਲੀ ਅਪਡੇਟਸ ਅਮਰੀਕਨ ਇਮੀਗ੍ਰੇਸ਼ਨ ਦੀਆਂ। ਅਤੇ ਤੁਹਾਨੂੰ ਪਤਾ ਹੀ ਆ ਕਿ ਹਰ ਵੀਕ ਆਪਾਂ ਜਿਹੜੀ ਵੀ ਕੋਈ ਨਵੀਂ ਇਮੀਗ੍ਰੇਸ਼ਨ ਦੇ ਸੰਬੰਧੀ ਖਬਰ ਹੁੰਦੀ ਆ ਉਹਨੂੰ ਵੀ ਸ਼ੇਅਰ ਕਰਦੇ ਹਾਂ। ਉਹਦੇ ਨਾਲ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦਿੰਦੇ ਹਾਂ। ਅਤੇ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਹੈਗੀਆਂ ਇਸ ਵੀਕ ਦੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਪਹਿਲੀ ਖਬਰ ਤਾਂ ਇਹ ਆ ਕਿ ਜਿਹੜਾ ਲਾਅ ਇਮੀਗ੍ਰੇਸ਼ਨ ਦਾ ਬਣ ਰਿਹਾ, ਜਿਹਦੇ ਵਿੱਚ ਕਿ ਜਿਹੜੇ 2 ਪੀਸਿਸ ਹੈਗੇ ਲੈਜਿਸਲੇਸ਼ਨ ਦੇ ਉਹ ਸੈਨੇਟ 'ਚ ਗਏ ਆ ਹਾਊਸ ਤੋਂ ਪਾਸ ਹੋ ਕੇ। ਉਹਦੇ 'ਚ ਜਿਹੜਾ ਪਹਿਲਾ ਹੈਗਾ ਉਹ ਹੈਗਾ ਬੱਚਿਆਂ ਵਾਲਾ, ਵੀ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਅਮਰੀਕਾ 'ਚ ਪੱਕਾ ਕਰਨਾ। ਦੂਸਰਾ ਹੈਗਾ ਜਿਹੜੇ ਐਗਰੀਕਲਚਰ ਵਰਕਰ ਹੈਗੇ ਉਹਨਾਂ ਨੂੰ ਕਰਨਾ। ਇਹ 2 ਜਿਹੜੇ ਲਾਅ ਹੈਗੇ ਆ ਉਹ ਅਮਰੀਕਾ ਦੇ ਵਿੱਚ ਹਾਊਸ ਨੇ ਪਾਸ ਕੀਤੇ ਆ, ਤਾਂ ਉਹ ਪਾਸ ਕਰਕੇ ਇਹਨਾਂ ਨੇ ਸੈਨੇਟ ਦੇ ਵਿੱਚ ਭੇਜੇ ਆ। ਅਤੇ ਉਹ ਜਿਹੜੇ ਕਾਨੂੰਨ ਨੇ ਉਹ ਸੈਨੇਟ ਨੇ ਇਹ ਕਿਹਾ ਕਿ ਅਸੀਂ ਰੀਸੈਸ ਤੋਂ ਬਾਅਦ ਅਪ੍ਰੈਲ ਦੇ ਮਹੀਨੇ ਦੇ ਐਂਡ ਤੱਕ ਉਹਨੂੰ ਟੇਕ ਓਵਰ ਕਰਾਂਗੇ। ਸੋ ਇਹ ਚੰਗੀ ਖਬਰ ਆ, ਕਿਉਂਕਿ ਅਮਰੀਕਾ 'ਚ ਲਾਅ ਉਦੋਂ ਹੀ ਬਣਦਾ ਜਦੋਂ ਜਿਹੜੇ ਦੋਨੇ ਹਾਊਸ ਉਹਨੂੰ ਪਾਸ ਕਰਦੇ ਆ ਤਾਂ ਫਿਰ ਪ੍ਰੈਜ਼ੀਡੈਂਟ ਉਹਨੂੰ ਸਾਈਨ ਕਰਦੇ ਆ। ਸੋ ਹਾਊਸ ਨੇ ਕੀਤਾ, ਹੁਣ ਸੈਨੇਟ ਦੇਖਦੇ ਆ ਕੀ ਕਰਦੀ ਆ, ਵੀ ਕੀ ਇਹਨੂੰ ਇਸੇ ਰੂਪ 'ਚ ਪਾਸ ਕਰਦੀ ਆ ਕਿ ਇਹਦੇ ਵਿੱਚ ਕੁਛ ਚੇਂਜਸ ਕਰਦੇ ਨੇ। ਜੇ ਤਾਂ ਇਸੇ ਰੂਪ 'ਚ ਪਾਸ ਕਰਨਗੇ ਤਾਂ ਫਿਰ ਉਹ ਪ੍ਰੈਜ਼ੀਡੈਂਟ ਕੋਲ ਜਾਏਗਾ ਸਾਈਨ ਕਰਨ ਲਈ। ਜੇ ਉਹ ਇਹ 'ਚ ਕੁਛ ਚੇਂਜਸ ਕਰਨਗੇ ਤਾਂ ਉਹ ਚੇਂਜਸ ਨਾਲ ਦੁਬਾਰਾ ਹਾਊਸ ਕੋਲ ਆਏਗਾ। ਉੱਥੇ ਜੇ ਉਹ ਸੇਮ ਚੇਂਜਸ ਹਾਊਸ ਉਹਨੂੰ ਐਕਸੈਪਟ ਕਰੇਗਾ ਤਾਂ ਫਿਰ ਉਹ ਪ੍ਰੈਜ਼ੀਡੈਂਟ ਕੋਲ ਜਾ ਸਕਦਾ। ਲੇਕਿਨ ਮੂਵਮੈਂਟ ਸ਼ੁਰੂ ਹੋਈ ਹੈ, ਚੰਗੀ ਗੱਲ ਆ। ਸੋ ਇਹਦੇ 'ਚ ਆਪਾਂ ਨੂੰ ਹੁਣ ਦੇਖਣ ਨੂੰ ਮਿਲੇਗਾ ਵੀ ਅਪ੍ਰੈਲ ਦੇ ਐਂਡ ਦੇ ਵਿੱਚ ਕੀ ਹੁੰਦਾ। ਦੂਸਰੀ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਡਰੰਕ ਡਰਾਈਵਿੰਗ ਦੇ ਕੇਸਾਂ ਬਾਰੇ। ਦੇਖੋ, ਆਪਣੇ ਜਿਹੜੇ ਕਮਿਊਨਿਟੀ ਦੇ ਕਈ ਬੰਦਿਆਂ ਨੂੰ ਆਦਤ ਹੁੰਦੀ ਆ ਕਿ ਜਿਹੜੀ ਹੈਗੀ ਆ ਸ਼ਰਾਬ ਪੀ ਕੇ ਗੱਡੀ ਚਲਾਉਣੀ, ਜੋ ਕਿ ਇੱਕ ਬਹੁਤ ਹੀ ਮਾੜੀ ਆਦਤ ਆ। ਇਹ ਨਹੀਂ ਕਰਨਾ ਚਾਹੀਦਾ। ਇਹਦੇ ਬਾਰੇ ਇੱਕ ਇਹ ਡਿਸੀਜਨ ਆਇਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਮਾਰਚ 31 ਨੂੰ। ਅਤੇ ਇਹ ਡਿਸੀਜਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਦ offence of aggravated unlicensed operation of a motor vehicle in the first degree in violation of section 5113A1 of the New York Vehicle and Traffic Law, which prohibits a person from driving under the influence of alcohol or drugs while knowing or having reason to know that his or her license is suspended, is categorically a crime involving moral turpitude. ਸੋ ਕੋਰਟ ਇਹ ਕਹਿ ਰਹੀ ਹੈ ਬੇਸਿਕਲੀ ਵੀ ਜਦੋਂ ਕੋਈ ਬੰਦਾ ਜਿਹੜਾ ਹੈਗਾ ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਅਤੇ ਉਹਦਾ ਲਾਇਸੈਂਸ ਵੀ ਜੇ ਸਸਪੈਂਡਡ ਆ ਤਾਂ ਉਹ ਕ੍ਰਾਈਮ ਆਫ ਮੋਰਲ ਟਰਪੀਟਿਊਡ ਆ। ਮੋਰਲ ਟਰਪੀਟਿਊਡ ਦੇ ਕ੍ਰਾਈਮ ਉਹ ਹੁੰਦੇ ਆ ਜਿਹੜੇ ਕਿ ਬੜੇ ਸੀਰੀਅਸ ਕ੍ਰਾਈਮ ਨੇ, ਜਿਨ੍ਹਾਂ ਵਿੱਚ ਆ ਜਾਂਦਾ ਹੈਗਾ ਰੋਬਰੀ, ਜਿਹੜਾ ਹੈਗਾ ਅਟੈਂਪਟ ਟੂ ਮਰਡਰ, ਰੇਪ, ਜਾਂ ਜਿਹੜੇ ਅਫੈਂਸਿਸ ਹੈਗੇ ਮਾਈਨਰ ਦੇ ਨਾਲ, ਕਿ ਮਾਈਨਰ ਦੇ ਨਾਲ ਜਿਹੜੇ ਹੈਗੇ ਸੈਕਸ਼ੂਅਲ ਅਫੈਂਸਿਸ, ਇਸ ਕਿਸਮ ਦੇ ਅਫੈਂਸਿਸ ਜਿਹੜੇ ਬੜੇ ਸੀਰੀਅਸ ਸਮਝੇ ਜਾਂਦੇ ਆ। ਅਤੇ ਇਹਦਾ ਕੌਨਸੀਕੁਐਂਸ ਇਹ ਹੁੰਦਾ ਵੀ ਜੇ ਕਿਸੇ ਬੰਦੇ ਕੋਲ ਗ੍ਰੀਨ ਕਾਰਡ ਆ, ਉਹਨੇ ਸਿਟੀਜ਼ਨ ਬਣਨਾ, ਅਤੇ ਜੇ ਉਹਦੇ 'ਤੇ ਮੋਰਲ ਟਰਪੀਟਿਊਡ ਦਾ ਓਫੈਂਸ ਦਾ ਲੱਗਿਆ ਚਾਰਜ, ਤਾਂ ਉਹ ਫਿਰ 5 ਸਾਲ ਵਾਸਤੇ ਉਹ ਜਿਹੜਾ ਸਿਟੀਜ਼ਨ ਨਹੀਂ ਬਣ ਸਕਦਾ। ਇਸੇ ਤਰ੍ਹਾਂ ਹੀ ਜੇ ਕਿਸੇ ਨੇ ਗ੍ਰੀਨ ਕਾਰਡ ਲੈਣਾ ਤਾਂ ਜੇ ਇਹ ਉਹ 'ਤੇ ਅਫੈਂਸ ਹੈ ਤਾਂ ਉਹ ਗ੍ਰੀਨ ਕਾਰਡ ਜਿਹੜਾ ਹੈਗਾ ਉਹਨੂੰ ਮਿਲਣ ਦੇ ਵਿੱਚ ਰੁਕਾਵਟ ਆਉਂਦੀ ਆ। ਸੋ ਇਸ ਕਰਕੇ ਇਸ ਕਿਸਮ ਦੇ ਜਿਹੜੇ ਅਫੈਂਸਿਸ ਨੇ ਇਹਨਾਂ ਨੂੰ ਬੜਾ ਇਮੀਗ੍ਰੇਸ਼ਨ ਦੇ ਵਿੱਚ ਸੀਰੀਅਸ ਲਿਆ ਜਾਂਦਾ। ਸੋ ਇਹਨਾਂ ਨੇ ਹੁਣ ਜਿਹੜਾ ਡਰੰਕ ਡਰਾਈਵਿੰਗ ਆ, ਸ਼ਰਾਬ ਪੀ ਕੇ ਗੱਡੀ ਚਲਾਉਣੀ, ਅਤੇ ਉਹਦੇ ਨਾਲ ਤੁਹਾਡਾ ਜਿਹੜਾ ਜੇ ਲਾਇਸੈਂਸ ਵੀ ਸਸਪੈਂਡਡ ਆ ਅਤੇ ਉਹਨੂੰ ਇਹ ਕਹਿਤਾ ਕਿ ਇਹ ਮੋਰਲ ਟਰਪੀਟਿਊਡ ਦਾ ਅਫੈਂਸ ਆ, ਅਤੇ ਇਹਦੇ 'ਚ ਇਹਨੂੰ ਉਹਨਾਂ ਅਫੈਂਸਾਂ ਦੀ ਸ਼੍ਰੇਣੀ ਵਿੱਚ ਰੱਖੋ ਜਿਹੜੇ ਕਿ ਜ਼ਿਆਦਾ ਸੀਰੀਅਸ ਨੇ, ਜਿਨ੍ਹਾਂ ਨੂੰ ਮੈਂ ਹੁਣ ਤੁਹਾਨੂੰ ਗਿਣਾ ਕੇ ਹਟਿਆ। ਅਤੇ ਇਸ ਕਰਕੇ ਜੇ ਇਹ ਜਿਹੜਾ ਇਸ ਕਿਸਮ ਦਾ ਕੰਡਕਟ ਹੋਊਗਾ ਉਹਦਾ ਜਿਹੜੀ ਹੈਗੀ ਨਤੀਜਾ ਇਹ ਨਿਕਲੂਗਾ ਵੀ ਤੁਹਾਨੂੰ ਗ੍ਰੀਨ ਕਾਰਡ ਲੈਣ 'ਚ ਵੀ ਪ੍ਰੋਬਲਮ ਆਊਗੀ। ਜੇ ਗ੍ਰੀਨ ਕਾਰਡ ਹੋਲਡਰ ਹੈਗਾ ਉਹ ਸਿਟੀਜ਼ਨ ਬਣ ਜਾਊਗੀ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਡਰੰਕ ਡਰਾਈਵਿੰਗ ਤੋਂ ਜਿੰਨਾ ਵੀ ਬਚਿਆ ਜਾ ਸਕੇ ਉਨਾ ਬਚੋ। ਇਹਦੇ ਨਾਲ ਇੱਕ ਹੋਰ ਖਬਰ ਆ, ਉਹ ਇਹ ਹੈਗੀ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਪਿਛਲੇ ਕਾਰਜਕਾਲ ਦੌਰਾਨ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਬਹੁਤ ਰਿਸਟ੍ਰਿਕਸ਼ਨਸ ਲਾਈਆਂ ਸੀਗੀਆਂ। ਹੁਣ ਜਿਹੜੀ ਨਵੀਂ ਸਰਕਾਰ ਆ ਉਹਨਾਂ ਰਿਸਟ੍ਰਿਕਸ਼ਨਸ ਨੂੰ ਦੂਰ ਕਰ ਰਹੀ ਆ। ਇੱਕ ਇਹੋ ਜਿਹੀ ਰਿਸਟ੍ਰਿਕਸ਼ਨ ਇਹ ਸੀਗੀ ਕਿ ਜਿਹੜੀ ਅਸਾਈਲਮ ਐਪਲੀਕੇਸ਼ਨ ਜਾਂ ਹੋਰ ਐਪਲੀਕੇਸ਼ਨਾਂ ਜਿਹੜੀਆਂ ਆਪਾਂ ਭਰਦੇ ਹਾਂ, ਜੇ ਉਹਦੇ ਵਿੱਚ ਇੱਕ ਵੀ ਖਾਨਾ ਖਾਲੀ ਰਹਿ ਜਾਵੇ ਜਾਂ ਕੋਈ ਜਗ੍ਹਾ ਖਾਲੀ ਰਹਿ ਜਾਵੇ ਜਿਹੜੀ ਨਹੀਂ ਭਰੀ ਗਈ, ਤਾਂ ਐਪਲੀਕੇਸ਼ਨ ਵਾਪਸ ਆ ਜਾਂਦੀ ਸੀ 1.5-2 ਮਹੀਨੇ ਬਾਅਦ। ਨੁਕਸਾਨ ਇਹ ਹੁੰਦਾ ਸੀ ਕਈਆਂ ਦਾ ਸਾਲ ਦਾ ਟਾਈਮ ਉੱਪਰ ਲੰਘ ਜਾਂਦਾ ਸੀ। ਇਹ ਹੁਣ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ USCIS ਨੇ ਹੁਣ ਇਹ ਗੱਲ ਲਾਸਟ ਵੀਕ ਕਹੀ ਆ ਕਿ ਅਸੀਂ ਇਹਨੂੰ ਜਿਹੜਾ ਹੈਗਾ ਉਹ ਐਪਲੀਕੇਸ਼ਨਾਂ ਵਾਪਸ ਨਹੀਂ ਕਰਾਂਗੇ, ਅਤੇ ਜੇ ਖਾਨਾ ਕੋਈ ਖਾਲੀ ਰਹਿ ਵੀ ਗਿਆ ਤਾਂ ਉਹਦਾ ਜਿਹਨੇ ਭਰਿਆ ਜਾਂ ਜਿਹੜਾ ਐਪਲੀਕੈਂਟ ਆ ਉਹਦੇ ਉਲਟ ਨਹੀਂ ਜਾਏਗਾ। ਸੋ ਉਹਦੇ ਨਾਲ ਇਹ ਆ ਵੀ
ਅਸੀਂ ਤਾਂ ਇਹੀ ਕਰਾਂਗੇ ਵੀ ਸਾਰੇ ਖਾਨੇ ਚੰਗੀ ਤਰ੍ਹਾਂ ਭਰੋ। ਇਹਨੂੰ ਜਿਹੜੀ ਐਪਲੀਕੇਸ਼ਨ ਆ ਉਹ ਬੜੀ ਸੀਰੀਅਸ ਆ, ਉਹਨੂੰ ਐਵੇਂ ਭਰ ਕੇ ਨਹੀਂ ਭੇਜਣਾ ਚਾਹੀਦਾ, ਉਹਨੂੰ ਬੜੇ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ। ਉਹ 'ਚ ਜੋ ਵੀ ਲਿਖਿਆ ਸੱਚ ਹੋਵੇ, ਕਿਉਂਕਿ ਉਹ 'ਤੇ ਅੱਗੇ ਜਾ ਕੇ ਇੰਟਰਵਿਊ ਹੁੰਦੀ ਆ। ਸੋ ਉਹਦੇ ਵਿੱਚ ਜਿੰਨੀਆਂ ਮਿਸਟੇਕਸ ਘੱਟ ਹੋਣਗੀਆਂ ਉਨਾ ਹੀ ਫਾਇਦਾ ਹੋਏਗਾ। ਪਰ ਇਹਨਾਂ ਨੇ ਕਿਹਾ ਵੀ ਜੇ ਕੋਈ ਖਾਨਾ ਖਾਲੀ ਰਹਿ ਗਿਆ, ਜਿਵੇਂ ਅੱਗੇ ਵਾਪਸ ਕਰਦੇ ਸੀ, ਹੁਣ ਉਹ ਵਾਪਸ ਨਹੀਂ ਭੇਜਣਗੇ, ਉਹਨੂੰ ਐਕਸੈਪਟ ਕਰਨਗੇ। ਇਹ ਵੀ ਇੱਕ ਚੰਗੀ ਖਬਰ ਆ। ਇਹਦੇ ਨਾਲ ਜਿਹੜੇ ਇੱਕ ਖਬਰ ਹੈਗੀ ਆ ਕਿ ਜਿਹੜੇ ਡਿਟੈਂਸ਼ਨ ਦੇ ਕੇਸ ਨੇ ਉਹਨਾਂ ਬਾਰੇ, ਉਹਨਾਂ 'ਚ ਇਸ ਤਰ੍ਹਾਂ ਹੈ ਕਿ ਜਿਹੜੀ ਇਮੀਗ੍ਰੇਸ਼ਨ ਹੈਗੀ ਆ, ਜਿਹੜੀ ਹੁਣ ਇਹਨਾਂ ਨੇ ਨਵੀਂ ਡਿਟੈਂਸ਼ਨ ਪਾਲਿਸੀ ਬਣਾਈ ਹੈ ਇਹ ਸਰਕਾਰ ਨੇ, ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੇ ਵੀ ਬੰਦੇ ਇੱਥੇ ਆਉਂਦੇ ਨੇ, ਮਤਲਬ ਬੱਚੇ ਆਪਣੇ ਪੇਰੈਂਟਸ ਦੇ ਨਾਲ, ਉਹਨਾਂ ਨੂੰ 72 ਘੰਟੇ ਦੇ ਵਿੱਚ ਉਹਦੀ ਪ੍ਰੋਸੈਸਿੰਗ ਹੋ ਜਾਂਦੀ ਆ। ਉਹਨੂੰ ਜਾਂ ਤਾਂ ਆਪਣੇ ਗਰੰਟਰ ਕੋਲ ਛੱਡ ਦਿੰਦੇ ਆ ਜਾਂ ਕਿਸੇ ਹੋਰ ਚੰਗੀ ਜਗ੍ਹਾ ਭੇਜ ਦਿੰਦੇ ਆ। ਉਹਦੇ ਨਾਲ ਸਰਕਾਰ ਇੱਕ ਹੋਰ ਕੰਮ ਕਰ ਰਹੀ ਆ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਬੰਦੇ, ਜਿਨ੍ਹਾਂ ਨੂੰ ਕਿ ਜੇਲ੍ਹਾਂ ਦੇ ਵਿੱਚ 1.5 ਸਾਲ 2 ਸਾਲ 2.5 ਸਾਲ ਹੋ ਗਏ ਉਹਨਾਂ ਦੇ ਕੇਸ ਚੱਲਦੇ ਆ, ਜਾਂ ਜਿਨ੍ਹਾਂ 'ਤੇ ਈਵਨ ਜਿਨ੍ਹਾਂ ਦੀਆਂ ਅਪੀਲਾਂ ਫੇਲ ਵੀ ਹੋ ਗਈਆਂ, ਉਹਨਾਂ ਨੂੰ ਵੀ ਰਿਲੀਜ਼ ਕਰ ਰਹੇ ਆ। ਉਹਨਾਂ ਦਾ ਜੇ ਕੋਈ ਬਾਹਰ ਗਰੰਟਰ ਜ਼ਿੰਮੇਵਾਰੀ ਵਾਲਾ ਬੰਦਾ ਹੈਗਾ ਤਾਂ ਉਹਦੀ ਕਸਟਡੀ ਦੇ ਵਿੱਚ ਆਪਣੇ ਆਪ ਹੀ ਬੰਦਿਆਂ ਨੂੰ ਛੱਡ ਰਹੇ ਆ। ਅਤੇ ਇਹ ਇੱਕ ਨਵੀਂ ਹੈਗੀ ਜਿਹਦੇ ਕਰਕੇ ਸਾਡੇ ਆਹ 3 ਕਲਾਇੰਟ ਪਿਛਲੇ ਹਫ਼ਤੇ ਬਾਹਰ ਆਏ ਆ, ਜਿਹੜੇ ਕਿ ਬੜੀ ਦੇਰ ਤੋਂ ਜੇਲ੍ਹ 'ਚ ਸੀਗੇ, ਅਤੇ ਉਹਨਾਂ ਨੂੰ ਉਹਨਾਂ ਦੇ ਗਰੰਟਰ ਦੇ ਕੋਲ ਰਿਲੀਜ਼ ਕਰ ਦਿੱਤਾ ਗਿਆ। ਸੋ ਇਹ ਵੀ ਇੱਕ ਨਵੀਂ ਜਿਹੜੀ ਹੈਗੀ ਡਿਵੈਲਪਮੈਂਟ ਆ। ਹੁਣ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਆਪਾਂ ਕਰਨੀ ਆ, ਉਹ ਕਰਨੀ ਆ ਜਿਹੜਾ April ਦਾ ਵੀਜ਼ਾ ਬੁਲੇਟਿਨ ਆ। ਸੋ ਅਪ੍ਰੈਲ ਦਾ ਵੀਜ਼ਾ ਬੁਲੇਟਿਨ ਆ ਗਿਆ, ਅਤੇ ਉਹਦੇ ਜਿਹੜੇ ਨੰਬਰਸ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੀ F1 ਕੈਟੇਗਰੀ ਹੈਗੀ ਆ, ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ, ਅਤੇ ਜਿਹੜੀ ਹੈਗੀ ਸੈਕੰਡ 'ਚ ਹੈਗੀ ਸਪਾਊਸਿਸ ਐਂਡ ਚਿਲਡਰਨ ਅਨਮੈਰਿਡ ਸਨਸ ਐਂਡ ਡਾਟਰਸ ਆਫ ਪਰਮਾਨੈਂਟ ਰੈਜ਼ੀਡੈਂਟਸ। ਹੁਣ F2A ਜਿਹੜੀ ਆ ਮਤਲਬ ਕੈਟੇਗਰੀ, ਉਹ ਇਹ ਹੈਗੀ ਆ ਕਿ ਸਪਾਊਸਿਸ ਐਂਡ ਚਿਲਡਰਨ ਆਫ ਪਰਮਾਨੈਂਟ ਰੈਜ਼ੀਡੈਂਟਸ, ਅਤੇ F2B ਹੈਗੀ ਆ ਅਨਮੈਰਿਡ ਸਨਸ ਐਂਡ ਡਾਟਰਸ 21 ਈਅਰਸ ਆਫ ਏਜ ਔਰ ਓਲਡਰ, ਜਿਹੜੇ 21 ਸਾਲ ਤੋਂ ਉੱਪਰ ਹੈਗੇ ਆ, ਆਫ ਪਰਮਾਨੈਂਟ ਰੈਜ਼ੀਡੈਂਟਸ। F3 ਕੈਟੇਗਰੀ ਹੈਗੀ ਆ ਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ। F4 ਕੈਟੇਗਰੀ ਹੈਗੀ ਆ ਬ੍ਰਦਰਸ ਐਂਡ ਸਿਸਟਰਸ ਆਫ ਅਡਲਟ US ਸਿਟੀਜ਼ਨਸ। ਸੋ ਇਹ ਜਿਹੜੀਆਂ ਮਤਲਬ ਕੈਟੇਗਰੀਆਂ ਨੇ ਜਿਹੜੀਆਂ ਫੈਮਿਲੀ ਇਮੀਗ੍ਰੇਸ਼ਨ ਦੀਆਂ ਨੇ। ਹੁਣ ਜਿਹੜਾ ਇਹਨਾਂ 'ਤੇ ਮਤਲਬ ਚੱਲ ਰਿਹਾ, ਜਿਹੜੀ F1 ਕੈਟੇਗਰੀ ਆ, ਉਹਦੇ ਵਿੱਚ ਇੰਡੀਆ ਚੱਲ ਰਿਹਾ ਜੀ 8 ਅਕਤੂਬਰ 2014। ਜਿਹੜੀ F2A ਕੈਟੇਗਰੀ ਆ ਉਹ ਕਰੰਟ ਆ। ਇਹ ਬੇਸਿਕਲੀ ਹੈਗੀ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਨੇ, ਉਹ ਹੁਣ ਕਰੰਟ ਚੱਲ ਰਿਹਾ। ਉਹਦੀ ਕੋਈ ਜਿਹੜੇ ਅਪਲਾਈ ਕਰ ਰਹੇ ਆ ਜਾਂ ਉਹਨਾਂ ਦੀ ਪ੍ਰੋਸੈਸਿੰਗ ਹੋ ਰਹੀ, ਉਹਨਾਂ ਨੂੰ ਇਸ ਟਾਈਮ 'ਤੇ ਵੀਜ਼ਾ ਮਿਲ ਰਿਹਾ। ਤੀਜੀ ਹੈਗੀ F2B। ਇਹ ਕੈਟੇਗਰੀ ਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਬੱਚੇ ਨੇ, ਉਹਨਾਂ ਦੀ ਜਿਹੜੇ ਅਨਮੈਰਿਡ ਨੇ, ਇਹ ਚੱਲ ਰਹੀ ਆ 8 ਅਗਸਤ 2015। F3 ਕੈਟੇਗਰੀ ਆ ਜਿਹੜੇ ਕਿ ਸਿਟੀਜ਼ਨ ਦੇ ਮੈਰਿਡ ਬੱਚੇ ਨੇ, ਜਿਹੜਾ US ਸਿਟੀਜ਼ਨ ਆਪਣੇ ਮੈਰਿਡ ਬੱਚਿਆਂ ਦਾ ਅਪਲਾਈ ਕਰਦਾ, ਉਹਦਾ ਚੱਲ ਰਿਹਾ 8 ਅਗਸਤ 2008। ਅਤੇ F4 ਕੈਟੇਗਰੀ ਆ ਜਿਹੜੇ ਸਿਟੀਜ਼ਨ ਦੇ ਭਰਾ ਭੈਣ ਦੀ ਕੈਟੇਗਰੀ ਆ, ਇਹ ਚੱਲ ਰਿਹਾ 8 ਅਪ੍ਰੈਲ 2005। ਇਹਦੇ ਨਾਲ ਜਿਹੜੀਆਂ ਕੈਟੇਗਰੀਆਂ ਨੇ, ਇਹਨਾਂ ਦੇ ਇਹ ਡੇਟਾਂ ਤਾਂ ਉਹ ਨੇ ਜਿਨ੍ਹਾਂ 'ਤੇ ਕਿ ਹੁਣ ਉਹ ਜਿਹੜਾ ਵੀਜ਼ਾ ਮਿਲ ਰਿਹਾ। ਹੁਣ ਇਹਨਾਂ ਕੈਟੇਗਰੀਆਂ ਦੇ ਵਿੱਚ ਜਿਹੜਾ ਮਤਲਬ ਡੇਟਾਂ ਦੇ ਵਿੱਚ ਜਿਹੜੀ USCIS ਜਾਂ NVC ਨੈਸ਼ਨਲ ਵੀਜ਼ਾ ਸੈਂਟਰ ਆ, ਉਹ ਪੇਪਰ ਮੰਗ ਰਿਹਾ। ਕਿਉਂਕਿ ਜਦੋਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਆਪਣੀ ਵਾਰੀ ਆ ਜਾਂਦੀ ਹੈਗੀ ਆ, ਪ੍ਰਾਇਓਰਟੀ ਡੇਟ ਕਰੰਟ ਹੋ ਜਾਂਦੀ ਆ, ਉਹਦੇ ਨੇੜੇ ਪਹੁੰਚ ਜਾਂਦੀ ਆ, ਤਾਂ NVC ਜਿਹੜੇ ਹੈਗੇ ਡਾਕੂਮੈਂਟਸ ਮੰਗਦੇ ਆ, ਜਿਨ੍ਹਾਂ ਵਿੱਚ ਸਿਵਲ ਡਾਕੂਮੈਂਟਸ ਹੁੰਦੇ ਨੇ, ਜਿਵੇਂ ਪੁਲਿਸ ਕਲੀਅਰੈਂਸ, ਪਾਸਪੋਰਟ ਕਲੀਅਰੈਂਸ, ਉਦੋਂ ਬਾਅਦ ਮੈਰਿਜ ਸਰਟੀਫਿਕੇਟ, ਬਰਥ ਸਰਟੀਫਿਕੇਟ ਦੀਆਂ ਕਾਪੀਆਂ, ਫੋਟੋਆਂ, ਅਤੇ ਜਿਹੜਾ ਬਾਹਰ ਤੁਹਾਡਾ ਰਿਸ਼ਤੇਦਾਰ ਆ ਉਹਦਾ ਐਫੀਡੇਵਿਟ ਆਫ ਸਪੋਰਟ। ਉਹ ਜਿਹੜਾ ਐਫੀਡੇਵਿਟ ਆਫ ਸਪੋਰਟ ਆ, ਉਹਦੀ ਜਿਹੜੀ ਇਨਕਮ ਆ ਉਹ ਤੋਂ ਜਿਹੜੀ ਪਾਵਰਟੀ ਲਾਈਨ ਆ ਉਹ ਤੋਂ 125% ਵੱਧ ਉਹਦੀ ਇਨਕਮ ਹੋਣੀ ਚਾਹੀਦੀ ਆ। ਅਤੇ ਉਹ ਜਿਹੜਾ ਐਫੀਡੇਵਿਟ ਆਫ ਸਪੋਰਟ ਆ, ਜੇ ਉਹਦਾ ਘੱਟ ਆ ਇਨਕਮ, ਤਾਂ ਕੋਈ ਹੋਰ ਬੰਦਾ ਜੁਆਇੰਟ ਸਪਾਂਸਰ ਹੋ ਸਕਦਾ, ਕੋਈ ਹੋਰ ਵੀ ਦੇ ਸਕਦਾ ਨਾਲ। ਉਹ ਪੇਪਰ ਜਦੋਂ ਮੰਗਣੇ ਸ਼ੁਰੂ ਕਰਦੇ ਨੇ, ਉਹਦੀ ਡੇਟ ਜਿਹੜੀ ਆ ਉਹ F1 ਕੈਟੇਗਰੀ ਹੈਗੀ ਆ ਜੀ 15 ਸਤੰਬਰ 2015। F2A ਕੈਟੇਗਰੀ ਹੈਗੀ ਆ 1 ਮਾਰਚ 2021। F2B ਕੈਟੇਗਰੀ ਹੈਗੀ ਆ 15 ਜੂਨ 2016। F3 ਹੈਗੀ ਆ 22 ਜੂਨ 2009। ਅਤੇ F4 ਕੈਟੇਗਰੀ ਹੈਗੀ ਆ 1 ਦਸੰਬਰ 2005। ਸੋ ਇਹਨਾਂ ਡੇਟਾਂ ਦੇ ਵਿੱਚ ਜੇ ਕਿਸੇ ਨੇ ਕੇਸ ਅਪਲਾਈ ਕੀਤਾ ਆ, ਤਾਂ ਉਹਨੂੰ ਹੁਣ ਨੈਸ਼ਨਲ ਵੀਜ਼ਾ ਸੈਂਟਰ ਤੋਂ ਚਿੱਠੀਆਂ ਆਉਣਗੀਆਂ ਕਿ ਤੁਸੀਂ ਆਪਣੇ ਪੇਪਰ ਜਮ੍ਹਾਂ ਕਰਾਓ, ਐਫੀਡੇਵਿਟ ਆਫ ਸਪੋਰਟ ਦਿਓ, ਫੀਸਾਂ ਭਰੋ। ਸੋ ਇਹ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਪੇਪਰ ਵਰਕ ਆ ਸ਼ੁਰੂ ਹੋ ਗਿਆ। ਤੁਹਾਨੂੰ ਯਾਦ ਹੋਊਗਾ ਇਹਨਾਂ ਸਾਰੀਆਂ ਇਹ ਕੈਟੇਗਰੀਆਂ 'ਤੇ ਬੈਨ ਸੀਗਾ ਲੱਗਿਆ ਹੋਇਆ, ਜੋ ਕਿ ਹੁਣ ਖਤਮ ਹੋ ਗਿਆ, ਅਤੇ ਇਹ ਕੈਟੇਗਰੀਆਂ ਹੁਣ ਅੱਗੇ ਤੁਰ ਪਈਆਂ ਨੇ। ਅਤੇ ਇਸ ਕਰਕੇ ਇਹ ਜਿਹੜੇ ਹੁਣ ਦੇ ਨੰਬਰ ਹੈਗੇ ਜਿਹੜੇ April ਦਾ ਵੀਜ਼ਾ ਬੁਲੇਟਿਨ ਆ, ਸੋ ਇਨਕਰੇਜਿੰਗ ਆ। ਮਤਲਬ ਉਹਨਾਂ ਤੇਜ਼ ਤਾਂ ਨਹੀਂ ਕੇਸ ਮੂਵ ਹੋਏ ਜਿੰਨੀ ਕਿ ਸਾਨੂੰ ਉਮੀਦ ਸੀ, ਪਰ ਹੋਏ ਆ। ਮਤਲਬ ਜਿਹੜਾ ਹੁਣ ਕੇਸ ਹੈਗੇ ਅੱਗੇ ਵੱਧ ਰਹੇ ਨੇ, ਅਤੇ ਹੁਣ ਜਿਉਂ-ਜਿਉਂ ਇਹ ਮੂਵ ਹੋਣਗੇ ਨੰਬਰਸ, ਉਹਦੇ ਨਾਲ
ज़्यादा मतलब ਜਿਹੜੇ ਹੈਗੇ ਆ ਉਹ ਜਿਨ੍ਹਾਂ ਦਾ ਵਿਚਾਰਿਆਂ ਦਾ ਇੰਨੇ ਸਾਲ ਹੁਣ ਅਪਲਾਈ ਕੀਤੇ ਨੂੰ ਹੋ ਗਏ, ਉਹਨਾਂ ਦਾ ਟਾਈਮ ਥੋੜ੍ਹਾ ਨੇੜੇ ਆਏਗਾ। ਅਤੇ ਇਹ ਤਾਂ ਸੀਗੇ ਤੁਹਾਡੇ ਜਿਹੜੀਆਂ ਇੰਪੋਰਟੈਂਟ ਖਬਰਾਂ ਸੀ ਤੁਹਾਡੇ ਲਈ। ਅਤੇ ਇਹਦੇ ਨਾਲ ਨਾਲ ਹੁਣ ਸਮਾਂ ਹੋ ਗਿਆ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦਾ। ਅਤੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਚੈਨਲ ਨੂੰ ਦੇਖਦੇ ਹੋ, ਸੁਣਦੇ ਹੋ, ਅਤੇ ਸਾਨੂੰ ਤੁਸੀਂ ਆਪਣੇ ਜਿਹੜੇ ਹੈਗੇ ਆ ਉਹ ਸਵਾਲ ਭੇਜਦੇ ਹੋ। ਅਤੇ ਕਾਫੀ ਜਿਹੜੇ ਹੈਗੇ ਆ ਉਹ ਆਪਣੇ ਦੋਸਤਾਂ ਨੇ ਤਾਰੀਫ ਵੀ ਕੀਤੀ ਆ, ਅਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਅਤੇ ਹੁਣ ਮੈਂ ਤੁਹਾਨੂੰ ਕੁਛ ਜਿਹੜੇ ਹੈਗੇ ਆ ਉਹ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਦੇ ਜਵਾਬ ਦੇਣ ਦੀ ਜਿਹੜੀ ਕੋਸ਼ਿਸ਼ ਕਰਦਾ। ਅਤੇ ਪਹਿਲਾ ਸਵਾਲ ਆ, ਉਹਨਾਂ ਨੇ ਕਿਹਾ ਜੀ ਮੇਰੇ ਨੈਫਿਊ ਨੇ 2015 'ਚ ਅਸਾਈਲਮ ਅਪਲਾਈ ਕੀਤਾ ਸੀ ਅਤੇ ਉਹਦੀ ਇੰਟਰਵਿਊ ਹੋ ਗਈ, ਅਤੇ ਉਸ ਤੋਂ ਬਾਅਦ ਉਹਦੇ ਇੱਥੇ ਬੱਚੇ ਵੀ ਹੈਗੇ ਆ ਬੋਰਨ, ਅਤੇ ਉਹਨੂੰ ਉਸ ਤੋਂ ਬਾਅਦ ਲੇਕਿਨ ਉਹਦਾ ਕੇਸ ਚੱਲਦਾ ਅਜੇ, ਅਤੇ ਉਹਦਾ ਕੀ ਬਣੇਗਾ। ਅਤੇ ਇਸ ਤਰ੍ਹਾਂ ਹੈਗਾ ਕਿ ਜੇ ਉਹਦੇ ਬੱਚੇ US 'ਚ ਬੋਰਨ ਨੇ ਉਹਦਾ ਉਹਨੂੰ ਇਮੀਡੀਏਟ ਫਾਇਦਾ ਨਹੀਂ ਹੁੰਦਾ, ਕਿਉਂਕਿ ਜਿਹੜਾ ਬੱਚਾ ਇੱਥੇ ਬੋਰਨ ਆ ਉਹ ਆਪ ਤਾਂ ਸਿਟੀਜ਼ਨ ਬਣ ਜਾਂਦਾ, ਪਰ ਮਾਂ ਬਾਪ ਦਾ ਉਹ 21 ਸਾਲ ਦੀ ਉਮਰ ਤੋਂ ਬਾਅਦ ਅਪਲਾਈ ਕਰ ਸਕਦਾ, 21 ਸਾਲ ਦਾ ਹੋ ਕੇ। ਬਾਕੀ ਉਹਦੀ ਇੰਟਰਵਿਊ ਹੋ ਗਈ, ਜੇ ਡਿਸੀਜਨ ਨਹੀਂ ਆਇਆ ਤਾਂ ਇਮੀਗ੍ਰੇਸ਼ਨ ਨਾਲ ਕੰਟੈਕਟ ਕਰਨਾ ਚਾਹੀਦਾ। ਜੇ ਕੇਸ ਅੱਗੇ ਚੱਲ ਰਿਹਾ, ਡਿਸੀਜਨ ਆ ਗਿਆ ਕੋਰਟ ਦੇ ਵਿੱਚ, ਤਾਂ ਉੱਥੇ ਪਰਸਿਊ ਕਰਨਾ ਚਾਹੀਦਾ। ਇਹਦੇ ਬਾਰੇ ਤੁਸੀਂ ਮੈਨੂੰ ਮੇਰੇ ਫ਼ੋਨ 'ਤੇ ਵੀ ਜਿਹੜਾ ਸੰਪਰਕ ਕਰ ਸਕਦੇ ਹੋ, ਡਿਟੇਲ ਮੈਨੂੰ ਦੱਸੋ ਵੀ ਕੀ ਹੈਗੀ, ਉਹਦਾ ਏਲੀਅਨ ਨੰਬਰ ਕੀ ਆ, ਉੱਥੋਂ ਮੈਂ ਪਤਾ ਕਰ ਸਕਦਾ 9179154142। ਦੂਜਾ ਹੈਗਾ, ਉਹਨਾਂ ਨੇ ਕਿਹਾ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਅਤੇ ਮੇਰਾ ਜਿਹੜਾ ਬੇਟਾ ਸਿਟੀਜ਼ਨ ਆ, ਅਤੇ ਉਹਨੇ ਅਪਲਾਈ ਕੀਤਾ ਸੀਗਾ ਆਪਣੇ ਭਰਾ ਦਾ F4 ਕੈਟੇਗਰੀ 'ਚ, ਅਤੇ ਉਹਦੀ ਪ੍ਰਾਇਓਰਟੀ ਡੇਟ ਹੈਗੀ ਆ ਫਰਵਰੀ 12, 2011। ਅਤੇ ਕਿੰਨਾ ਟਾਈਮ ਲੱਗੂਗਾ, ਅਤੇ ਜੇ ਮੈਂ ਅਪਲਾਈ ਕਰਾਂ ਦੋਨੇ ਕੇਸ ਪੈਰਲਲ ਚੱਲਣਗੇ ਤਾਂ ਉਹਨੂੰ ਕਿੰਨਾ ਟਾਈਮ ਲੱਗੂਗਾ। ਦੇਖੋ ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਹੁਣੇ ਹੀ ਆ ਜਿਹੜੇ ਹੈਗੇ ਆ ਵੀਜ਼ਾ ਬੁਲੇਟਿਨ ਦੇ ਜਿਹੜੇ ਨੰਬਰ ਹੈਗੇ ਆ ਵੀ ਕਿਹੜੀਆਂ ਡੇਟਾਂ ਚੱਲ ਰਹੀਆਂ ਉਹ ਪੜ੍ਹ ਕੇ ਹਟਿਆ। ਅਤੇ ਇਹਦੇ 'ਚ ਜਿਹੜੀ ਤੁਹਾਡੀ ਕੈਟੇਗਰੀ ਆ, ਤੁਸੀਂ ਗੱਲ F4 ਕੈਟੇਗਰੀ ਦੀ ਕਰ ਰਹੇ ਹੋ। F4 ਕੈਟੇਗਰੀ 'ਤੇ ਇਸ ਟਾਈਮ ਜਿਹੜਾ ਚੱਲ ਰਿਹਾ ਉਹ ਚੱਲ ਰਿਹਾ ਜੀ 8 ਅਪ੍ਰੈਲ 2005, ਅਤੇ ਇਹਨਾਂ ਨੇ ਅਪਲਾਈ ਕੀਤਾ ਫਰਵਰੀ 12, 2011 'ਚ। ਸੋ ਅਜੇ ਟਾਈਮ ਲੱਗੂਗਾ ਘੱਟੋ ਘੱਟ, ਅਜੇ ਇਹਦੇ ਹਿਸਾਬ ਨਾਲ 5-6 ਸਾਲ ਹੋਰ ਲੱਗਣੇ ਚਾਹੀਦੇ ਆ, ਜਦ ਤੱਕ ਕਿ ਫਾਸਟ ਨਹੀਂ ਹੁੰਦਾ। ਜੇ ਫਾਸਟ ਹੋ ਜਾਵੇ ਤਾਂ ਥੋੜ੍ਹਾ ਟਾਈਮ ਘੱਟ ਵੀ ਲੱਗ ਸਕਦਾ। ਬਾਕੀ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ, ਤੁਸੀਂ ਆਪਣੇ ਬੱਚੇ ਦਾ ਅਪਲਾਈ ਕਰ ਸਕਦੇ ਹੋ ਜੇ ਉਹ ਅਨਮੈਰਿਡ ਆ। ਕੋਈ ਗ੍ਰੀਨ ਕਾਰਡ ਹੋਲਡਰ ਸਿਰਫ ਅਨਮੈਰਿਡ ਦਾ ਅਪਲਾਈ ਕਰ ਸਕਦਾ, ਉਹਨੂੰ ਟਾਈਮ ਘੱਟ ਲੱਗ ਰਿਹਾ। ਜਿਹੜਾ ਗ੍ਰੀਨ ਕਾਰਡ ਹੋਲਡਰ ਦਾ ਅਨਮੈਰਿਡ ਬੱਚੇ ਓਵਰ 21 ਦਾ ਹੁਣ ਟਾਈਮ ਹੈ, ਉਹ 8 ਅਗਸਤ 2015 ਚੱਲ ਰਿਹਾ, ਉਹਨੂੰ ਤਕਰੀਬਨ 6 ਸਾਲ ਲੱਗ ਰਹੇ ਆ। ਸੋ ਇਸ ਕਰਕੇ ਜੇ ਤੁਸੀਂ ਅਪਲਾਈ ਕਰਨਾ ਤੁਸੀਂ ਆਪਣੇ ਤੌਰ 'ਤੇ ਕਰ ਸਕਦੇ ਹੋ, ਕੋਈ ਰੁਕਾਵਟ ਨਹੀਂ ਹੈਗੀ, ਦੋਨੇ ਕੇਸ ਚੱਲ ਸਕਦੇ ਆ। ਅਤੇ ਇੱਕ ਹੋਰ ਹੈ, ਉਹਨਾਂ ਨੇ ਕਿਹਾ ਕਿ F4 ਦੀ ਜਿਹੜੀ ਹੈਗੀ ਅਪਡੇਟ ਦਿਓ, ਅਤੇ F4 ਦੀ ਅਪਡੇਟ ਜਿਹੜੀ ਇੰਡੀਆ ਦੀ ਇਹੀ ਆ ਕਿ 8 ਅਪ੍ਰੈਲ 2005 ਇਸ ਟਾਈਮ 'ਤੇ ਜਿਹੜਾ ਹੈਗਾ ਉਹ ਚੱਲ ਰਿਹਾ। ਅਤੇ ਇੱਕ ਹੋਰ ਸਵਾਲ ਉਹਨਾਂ ਨੇ ਕਿਹਾ ਵੀ 2005 'ਚ ਮਾਰਚ 'ਚ ਅਸੀਂ ਅਪਲਾਈ ਕੀਤਾ ਸੀ, ਹੁਣ ਤਾਂ ਅਪ੍ਰੈਲ ਚੱਲ ਰਿਹਾ, ਤੁਹਾਡੀ ਇੰਟਰਵਿਊ ਆਉਣੀ ਚਾਹੀਦੀ ਆ। ਜੇ ਨਹੀਂ ਆਈ ਤਾਂ ਫਿਰ ਤੁਸੀਂ ਅੰਬੈਸੀ ਨਾਲ ਸੰਪਰਕ ਕਰੋ, NVC ਨਾਲ ਕਰੋ, ਅਤੇ ਕਿਉਂਕਿ ਉੱਥੇ ਅਪ੍ਰੈਲ ਚੱਲ ਰਿਹਾ, ਤੁਸੀਂ ਜੇ ਮਾਰਚ 2005 'ਚ ਕੀਤਾ ਇੰਟਰਵਿਊ ਹੋਣੀ ਚਾਹੀਦੀ ਹੈ। ਅਤੇ ਇੱਕ ਹੋਰ ਕੁਐਸਚਨ ਉਹਨਾਂ ਨੇ ਕਿਹਾ ਜੀ ਕਿ ਮੇਰਾ ਪਾਰਟਨਰ USA ਵਿਜ਼ਟਰ ਵੀਜ਼ੇ 'ਤੇ ਆਇਆ ਤਾਂ ਉਹਨੇ ਅਸਾਈਲਮ ਅਪਲਾਈ ਕੀਤਾ, ਅਤੇ ਜੇ ਕੋਈ ਨਵਾਂ ਬਿੱਲ ਪਾਸ ਹੁੰਦਾ ਤਾਂ ਉਹਨੂੰ ਫਾਇਦਾ ਹੋਏਗਾ। ਅਤੇ ਇਸ ਤਰ੍ਹਾਂ ਜੀ ਕਿ ਜਿਹੜਾ ਬਿੱਲ ਹੈਗਾ ਜਿਹੜਾ ਰੱਖਿਆ ਇਹਨਾਂ ਨੇ ਆਪਣਾ ਸਿਟੀਜ਼ਨਸ਼ਿਪ ਐਕਟ ਆਫ 2021, ਇਹਦੇ ਵਿੱਚ ਇਹ ਆ ਵੀ ਜਿਹਨਾਂ ਦਾ ਅਸਾਈਲਮ ਪਾਸ ਹੋ ਗਿਆ, ਜਿਹਨਾਂ ਨੂੰ ਸੈਲਰੀ ਸਟੇਟਸ ਮਿਲ ਗਿਆ, ਅਤੇ ਉਹ ਕਿਉਂਕਿ ਗ੍ਰੀਨ ਕਾਰਡ ਦੇ ਹੱਕਦਾਰ ਹੋ ਜਾਂਦੇ ਆ ਸਾਲ ਬਾਅਦ, ਉਹ ਨਹੀਂ ਕਵਰ ਹੋਣਗੇ, ਬਾਕੀ ਸਾਰੇ ਹੀ ਹੋਣਗੇ। ਸੋ ਜੇ ਅਸਾਈਲਮ ਚੱਲ ਰਿਹਾ ਉਹਦਾ ਕੇਸ ਉਹ ਕਵਰ ਹੋਏਗਾ। ਪਰ ਇਹ 'ਚ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਉਹ ਪਾਰਟ ਆ ਇਸ ਬਿੱਲ ਦਾ ਉਹ ਅਜੇ ਕਿਸੇ ਪਾਸੇ ਅੱਗੇ ਨਹੀਂ ਵਧਿਆ। ਇਹਨਾਂ ਨੇ ਕੀ ਕੀਤਾ ਵੀ ਇਸ ਬਿੱਲ ਦੇ 3 ਕੰਪੋਨੈਂਟ ਸੀਗੇ। ਇੱਕ ਤਾਂ ਇਹ ਕੰਪੋਨੈਂਟ ਸੀ ਵੀ ਜਿਹੜੇ ਅਨਡਾਕੂਮੈਂਟਡ ਬੰਦੇ ਆਏ ਆ ਜਨਵਰੀ 2021 ਤੋਂ ਪਹਿਲਾਂ, ਉਹ ਸਾਰੇ ਜਿਹੜੇ ਹੈਗੇ ਪੱਕੇ ਕਰਨੇ ਆ, ਅਤੇ ਉਹਨਾਂ ਨੂੰ ਪਹਿਲਾਂ ਜਿਹੜੇ ਹੈਗੇ ਆ ਉਹ ਟੈਂਪਰਰੀ ਸਟੇਟਸ ਦੇਣਾ, ਫਿਰ ਪਰਮਾਨੈਂਟ। ਬਾਕੀ ਜਿਹੜੇ 2 ਹੋਰ ਇਹਦੇ ਹਿੱਸੇ ਸੀ, ਇੱਕ ਸੀਗਾ ਬੱਚਿਆਂ ਦਾ ਜਿਹੜੇ 18 ਸਾਲ ਤੋਂ ਘੱਟ ਉਮਰ 'ਚ ਬੱਚੇ ਆਏ ਆ, ਅਤੇ ਤੀਜਾ ਸੀ ਐਗਰੀਕਲਚਰ ਵਰਕਰ ਦਾ। ਸੋ ਜਿਹੜਾ ਬੱਚਿਆਂ ਵਾਲਾ ਅਤੇ ਐਗਰੀਕਲਚਰ ਵਰਕਰ ਵਾਲਾ ਜਿਹੜਾ ਹੈਗਾ ਇਹਦਾ ਕੰਪੋਨੈਂਟ, ਉਹ 'ਤੇ ਸਹਿਮਤੀ ਹੈਗੀ ਆ ਹਾਊਸ ਅਤੇ ਸੈਨੇਟ ਦੇ ਲੀਡਰਾਂ ਦੀ, ਇਸ ਕਰਕੇ ਉਹ ਬਿੱਲ ਜਿਹੜੇ ਨੇ ਉਹ ਅੱਗੇ ਵਧ ਰਹੇ ਨੇ। ਪਰ ਜਿਹੜਾ ਸਾਰਿਆਂ ਨੂੰ ਪੱਕੇ ਕਰਨ ਵਾਲਾ ਇਹ ਅਜੇ ਠੰਡੇ ਪਾਸੇ 'ਚ ਹੀ ਅੱਗੇ ਨਹੀਂ ਵਧ ਰਿਹਾ। ਸੋ ਇਸ ਕਰਕੇ ਇਹਦੇ 'ਚ ਆਪਾਂ ਮਤਲਬ ਹੁਣ ਇਹ ਨਹੀਂ ਪਤਾ ਵੀ ਕਦੋਂ ਤੱਕ ਲਾਗੂ ਹੋਏਗਾ ਇਹ। ਅਤੇ ਇੱਕ ਹੋਰ ਕੁਐਸਚਨ ਉਹਨਾਂ ਨੇ ਕਿਹਾ ਜੀ ਮੈਂ ਮੈਰਿਡ ਹਾਂ US ਸਿਟੀਜ਼ਨ ਦੇ ਨਾਲ, ਅਤੇ ਮੈਂ ਸਟੋਕ ਇੰਟਰਵਿਊ ਲਈ 2 ਸਾਲ ਪਹਿਲਾਂ ਗਿਆ ਸੀ, ਆਫਿਸਰ ਨੇ ਵਰਬਲੀ ਅਪਰੂਵ ਕਰਤੀ ਸੀ, ਅਤੇ ਇਹ ਤਾਂ ਕੋਈ ਡਿਸੀਜਨ ਨਹੀਂ ਆਇਆ। ਅਤੇ ਇਸ ਤਰ੍ਹਾਂ ਜੀ ਕਿ
ਤੁਹਾਨੂੰ ਇਹਦੇ ਬਾਰੇ ਇਮੀਗ੍ਰੇਸ਼ਨ ਨਾਲ ਸੰਪਰਕ ਕਰਨਾ ਚਾਹੀਦਾ। ਜਿਹੜੀ ਉਹਨਾਂ ਨੇ ਵਰਬਲੀ ਅਪਰੂਵ ਕੀਤੀ ਆ ਉਹਦੀ ਕੋਈ ਵੈਲਿਊ ਨਹੀਂ ਹੈਗੀ। ਗੱਲ ਤਾਂ ਇਹ ਹੁੰਦੀ ਆ ਵੀ ਰਿਟਨ ਅਪਰੂਵਲ ਆਉਣੀ ਚਾਹੀਦੀ ਆ, ਪਰ ਤੁਸੀਂ ਫੇਰ ਵੀ ਉਹਨਾਂ ਨਾਲ ਕੰਟੈਕਟ ਕਰੋ ਵੀ ਕਿਉਂ ਨਹੀਂ ਡਿਸੀਜਨ ਦੇ ਰਹੇ। ਹੋ ਸਕਦਾ ਤੁਹਾਨੂੰ ਦੁਬਾਰਾ ਫੇਰ ਬੁਲਾਉਣ ਇੰਟਰਵਿਊ ਲਈ, ਜਾਂ ਡਿਸੀਜਨ ਦੇਣ, ਜਾਂ ਤੁਹਾਡੇ ਫਿੰਗਰਪ੍ਰਿੰਟ ਵਗੈਰਾ ਦੁਬਾਰਾ ਕਰਨ। ਸੋ ਤੁਹਾਨੂੰ ਕੰਟੈਕਟ ਕਰਨਾ ਚਾਹੀਦਾ ਅਤੇ ਇਹਦੇ 'ਚ ਪਤਾ ਕਰਨਾ ਬਣਦਾ। ਅਤੇ ਇੱਕ ਹੋਰ ਆ, ਉਹਨਾਂ ਨੇ ਕਿਹਾ ਜੀ ਸਰ ਅਸੀਂ ਮੇਰੇ ਬ੍ਰਦਰ ਦਾ F4 ਕੈਟੇਗਰੀ ਦੇ ਵਿੱਚ ਅਪਲਾਈ ਕੀਤਾ ਆ, ਇੱਕ ਬੱਚਾ ਆ, ਅਤੇ ਹੁਣ ਉਹਦੇ 2 ਬੱਚੇ ਹੋਰ ਹੋ ਗਏ ਆ, ਅਤੇ ਅਸੀਂ ਉਹਦਾ ਕੀ ਕਰੀਏ। ਦੇਖੋ ਤੁਹਾਨੂੰ ਚਾਹੀਦਾ ਵੀ ਤੁਸੀਂ ਇਮੀਗ੍ਰੇਸ਼ਨ ਨੂੰ ਇਨਫੋਰਮ ਕਰੋ, ਬੱਚਿਆਂ ਦੇ ਬਰਥ ਸਰਟੀਫਿਕੇਟ ਇਮੀਗ੍ਰੇਸ਼ਨ ਨੂੰ ਭੇਜੋ, ਜਿੱਥੇ ਤੁਸੀਂ ਅਪਲਾਈ ਕੀਤਾ ਉੱਥੋਂ ਲੈਟਰ ਆਉਂਦਾ, ਅਤੇ ਉਹ ਲੈਟਰ ਆਪਣਾ ਜਿੱਥੋਂ ਆਇਆ ਉੱਥੇ ਤੁਸੀਂ ਇਹਦੇ ਬਰਥ ਸਰਟੀਫਿਕੇਟ ਭੇਜੋ। ਜੇ NVC ਕੋ ਕੇਸ ਚੱਲ ਗਿਆ NVC 'ਚ ਭੇਜੋ, ਉਹਨਾਂ ਨੂੰ ਐਡ ਕਰਾਓ। ਜੇ ਨਹੀਂ ਐਡ ਕਰਾਓਗੇ ਤਾਂ ਉਹਨਾਂ ਨੂੰ ਵੀਜ਼ਾ ਨਹੀਂ ਮਿਲਣਾ। ਇੱਕ ਹੋਰ ਕੁਐਸਚਨ ਆ, ਉਹਨਾਂ ਨੇ ਕਿਹਾ ਜੀ ਕਿ ਸਾਡੀ ਜਿਹੜੀ ਕੈਟੇਗਰੀ ਆ ਉਹਦੀ ਮਾਰਚ 2020 ਦੀ ਇੰਟਰਵਿਊ ਮੁੰਬਈ 'ਚ ਆਈ ਸੀ, ਪਰ ਉਹ ਕੈਂਸਲ ਹੋ ਗਈ ਕਿਸੇ ਵਜ੍ਹਾ ਕਰਕੇ, ਤਾਂ ਹੁਣ ਉਹ ਆ ਸਕਦੀ ਆ। ਬਿਲਕੁਲ ਤੁਸੀਂ ਸੰਪਰਕ ਕਰੋ, ਕਿਉਂਕਿ ਇਹਨਾਂ ਕੈਟੇਗਰੀਆਂ 'ਤੇ ਕਈਆਂ 'ਤੇ ਜਿਹੜਾ ਸੀ ਬੈਨ ਵੀ ਸੀਗਾ, ਪਰ ਬੈਨ ਹੁਣ ਖੁੱਲ੍ਹ ਗਿਆ ਅਤੇ ਇੰਟਰਵਿਊ ਜ਼ਰੂਰ ਆ ਸਕਦੀ ਆ, ਅਤੇ ਤੁਸੀਂ ਉੱਥੇ ਸੰਪਰਕ ਕਰੋ। ਇੱਕ ਹੋਰ ਆ ਕਿ ਸਰ ਮੇਰੀ F2B ਕੈਟੇਗਰੀ ਆ, ਅਤੇ 2019 'ਚ ਇੰਟਰਵਿਊ ਹੋ ਗਈ ਸੀਗੀ, ਅਤੇ ਮੈਨੂੰ 220G ਉਹਨਾਂ ਨੇ ਲਾਇਆ, ਅਤੇ ਦੁਬਾਰਾ ਉਹਨਾਂ ਨੇ 20 'ਚ ਪਾਸਪੋਰਟ ਮੰਗ ਲਿਆ, ਅਤੇ ਫਿਰ ਬੈਨ ਲੱਗ ਗਿਆ, ਅਤੇ ਕਿੰਨਾ ਟਾਈਮ ਲੱਗੂਗਾ। ਦੇਖੋ ਜੀ ਇਸ ਤਰ੍ਹਾਂ ਹੈ ਕਿ ਜਿਹੜੀ ਮਤਲਬ 220G ਦਾ ਮਤਲਬ ਹੈ ਵੀ ਉਹ ਉਹਨਾਂ ਨੂੰ ਕੇਸ 'ਤੇ ਡਾਊਟ ਹੈ, ਜਾਂ ਤਾਂ ਉਹਨਾਂ ਨੇ ਕੋਈ ਇਨਕੁਆਇਰੀ ਕਰਨੀ ਆ, ਜਾਂ ਉਹਨਾਂ ਨੂੰ ਕੋਈ ਹੋਰ ਪੇਪਰ ਵਰਕ ਚਾਹੀਦਾ, ਤਾਂ ਇਸ ਕਰਕੇ ਇਹਨੂੰ ਟਾਈਮ ਲੱਗ ਸਕਦਾ। ਪਰ ਤੁਸੀਂ ਇਹਦੇ ਬਾਰੇ ਉਹਨਾਂ ਨਾਲ ਸੰਪਰਕ ਕਰੋ, ਕਿਉਂਕਿ ਇਸ ਕੈਟੇਗਰੀ 'ਤੇ ਵੀ ਬੈਨ ਸੀਗਾ ਅਤੇ ਹੁਣ ਖੁੱਲ੍ਹ ਗਿਆ, ਅਤੇ ਹੋ ਸਕਦਾ ਤੁਹਾਡੇ ਨਾਲ ਦੁਬਾਰਾ ਉਹ ਜਿਹੜਾ ਹੈਗਾ ਰਾਬਤਾ ਕਾਇਮ ਕਰਨ। ਇੱਕ ਹੋਰ ਕੁਐਸਚਨ ਹੈ ਜੀ ਕਿ ਸਾਡਾ F3 ਵੀਜ਼ਾ ਪੇਰੈਂਟਸ US ਵਿੱਚ ਸਿਟੀਜ਼ਨ ਨੇ 2010 'ਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂਗਾ। ਦੇਖੋ ਜਿਹੜੀ ਇਹ F3 ਦੀ ਕੈਟੇਗਰੀ ਆ, ਇਹਦੇ 'ਚ ਹੁਣ ਚੱਲ ਰਿਹਾ 8 ਅਗਸਤ 2008। ਸੋ ਜੇ 10 'ਚ ਅਪਲਾਈ ਕੀਤਾ ਆ ਤਾਂ ਇਹਨੂੰ ਟਾਈਮ ਲੱਗੂਗਾ ਜੇ ਸਾਲ, 1.5 ਸਾਲ ਜਾਂ 2 ਸਾਲ ਹੋਰ ਲੱਗ ਸਕਦੇ ਆ। ਅਤੇ ਇੱਕ ਹੋਰ ਕੁਐਸਚਨ ਹੈ ਕਿ ਉਹਨਾਂ ਨੇ ਕਿਹਾ ਕਿ ਮੈਨੂੰ 2 ਸਾਲ ਦਾ ਗ੍ਰੀਨ ਕਾਰਡ ਮਿਲਿਆ ਸੀ, ਅਤੇ ਹੁਣ ਮੈਂ ਕੰਡੀਸ਼ਨ ਰਿਮੂਵਲ ਦਾ ਕੇਸ ਲਗਾਇਆ, ਅਤੇ ਇੰਡੀਆ ਹੁਣ ਮੈਂ ਜਾ ਸਕਦੀ ਹਾਂ ਮਤਲਬ ਗ੍ਰੀਨ ਕਾਰਡ 'ਤੇ। ਦੇਖੋ ਇਸ ਤਰ੍ਹਾਂ ਕਿ ਜੋ ਤੁਸੀਂ ਕੰਡੀਸ਼ਨ ਰਿਮੂਵਲ ਦਾ ਅਪਲਾਈ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਇੱਕ ਚਿੱਠੀ ਆ ਜਾਂਦੀ ਹੈ ਜੋ 1.5 ਸਾਲ ਲਈ ਗ੍ਰੀਨ ਕਾਰਡ ਐਕਸਟੈਂਡ ਕਰ ਦਿੰਦੇ ਆ। ਉਹ ਤੁਸੀਂ ਚਿੱਠੀ ਲਿਜਾ ਕੇ ਸਟੈਂਪ ਲਵਾ ਸਕਦੇ ਹੋ ਇਮੀਗ੍ਰੇਸ਼ਨ ਤੋਂ। ਜੇ ਸਟੈਂਪ ਲਾ ਦੇਣ ਤਾਂ ਉਹ 'ਤੇ ਤੁਸੀਂ ਫਿਰ ਟਰੈਵਲ ਕਰ ਸਕਦੇ ਹੋ। ਸੋ ਉਹ ਤੁਹਾਨੂੰ ਸਟੈਂਪ ਲਵਾਉਣੀ ਪਏਗੀ ਆਪਣੇ ਪਾਸਪੋਰਟ ਦੇ ਉੱਤੇ ਟਰੈਵਲ ਲਈ ਅਤੇ ਕੰਮ ਲਈ। ਅਤੇ ਇੱਕ ਹੋਰ ਕੁਐਸਚਨ ਉਹਨਾਂ ਨੇ ਕਿਹਾ ਜੀ ਕਿ ਅਸਾਈਲਮ ਕੇਸਾਂ ਦੀ ਕੋਈ ਨਵੀਂ ਅਪਡੇਟ ਦਿਓ, ਅਸੀਂ 2016 ਵਿੱਚ ਕੀਤਾ ਸੀ ਅਤੇ ਹੁਣ ਇੰਟਰਵਿਊ ਕਿਵੇਂ ਹੋ ਰਹੀਆਂ। ਦੇਖੋ ਜਿਨ੍ਹਾਂ ਨੇ 2018 ਤੋਂ ਪਹਿਲਾਂ ਅਪਲਾਈ ਕੀਤੇ, ਚਾਹੇ 16 'ਚ ਕੀਤਾ, 15 'ਚ, 17 'ਚ, ਉਹਨਾਂ ਦੀਆਂ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਇੰਟਰਵਿਊ ਰੋਕਤੀਆਂ ਸੀ। ਉਹਨਾਂ ਨੇ ਇਹ ਕਿਹਾ ਸੀ ਵੀ 18 ਤੋਂ ਬਾਅਦ ਵਾਲਿਆਂ ਦੇ ਇੰਟਰਵਿਊ ਕਰਨੀਆਂ, ਪਹਿਲਾਂ ਵਾਲਿਆਂ ਦੇ ਨਹੀਂ ਕਰਨੀਆਂ। ਪਰ ਹੁਣ ਇਹ ਜਿਹੜੀ ਨਵੀਂ ਸਰਕਾਰ ਹੈ ਇਹਦੀ ਇਹੋ ਜਿਹੀ ਕੋਈ ਨੀਤੀ ਨਹੀਂ ਹੈਗੀ, ਅਤੇ ਇਹ ਹੁਣ ਜਿਹੜੀਆਂ ਇੰਟਰਵਿਊਆਂ ਹੈਗੀਆਂ ਉਹ ਆ ਸਕਦੀਆਂ ਨੇ, ਅਤੇ ਤੁਹਾਨੂੰ ਆਪਣੇ ਵਕੀਲ ਨਾਲ ਰਾਬਤਾ ਕਾਇਮ ਕਰਕੇ ਇਮੀਗ੍ਰੇਸ਼ਨ ਸੰਪਰਕ ਕਰਨਾ ਚਾਹੀਦਾ। ਜੇ ਨਹੀਂ ਵਕੀਲ ਤਾਂ ਆਪ ਕਰੋ, ਅਤੇ ਜਾਂ ਫਿਰ ਸਾਡੇ ਨਾਲ ਕੰਟੈਕਟ ਕਰੋ, ਅਸੀਂ ਇਮੀਗ੍ਰੇਸ਼ਨ 'ਚ ਜਿਹੜਾ ਹੈਗਾ ਕੰਟੈਕਟ ਕਰਦੇ ਹਾਂ। ਅਤੇ ਇੰਟਰਵਿਊਆਂ ਹੁਣ ਆ ਸਕਦੀਆਂ ਨੇ, ਕਿਉਂਕਿ ਇਹ ਜਿਹੜੀ ਪਾਲਿਸੀ ਸੀਗੀ ਇਹ ਪਿਛਲੀ ਸਰਕਾਰ ਦੀ ਸੀਗੀ, ਇਹਨਾਂ ਦੀ ਨਹੀਂ ਹੈਗੀ। ਸੋ ਇਹ ਜਿਹੜੀਆਂ ਇੰਟਰਵਿਊਆਂ ਹੁਣ ਹੈਗੀਆਂ, ਚਾਹੇ ਨਵਾਂ ਕਰੇ ਚਾਹੇ ਪੁਰਾਣਾ ਕਰੇ, ਉਹ ਆ ਸਕਦੀਆਂ। ਅਤੇ ਇੱਕ ਹੋਰ ਆਈ ਕਿ ਸਵਾਲ ਕਿ ਸਾਡਾ F4 ਕੇਸ 2004 'ਚ ਅਪਲਾਈ ਕੀਤਾ ਸੀ, ਅਤੇ 18 'ਚ ਅਸੀਂ ਕਹਿੰਦੇ ਫੀਸ ਡਿਪੋਜ਼ਿਟ ਕਰਾਤੀ ਸੀ, ਅਤੇ ਹੁਣ ਏਜ 28 ਸਾਲ ਦੀ ਹੋ ਗਈ ਆ ਵੀ ਆ ਸਕਦਾ। ਇਹਦੇ 'ਚ ਇਸ ਤਰ੍ਹਾਂ ਹੈਗਾ ਕਿ ਜੇ ਤੁਹਾਡੀ ਉਮਰ 21 ਸਾਲ ਤੋਂ ਘੱਟ ਸੀ ਜਦੋਂ ਅਪਲਾਈ ਕੀਤਾ, ਅਤੇ ਬਾਅਦ 'ਚ 21 ਤੋਂ ਉੱਪਰ ਹੋ ਗਈ, ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਇਹਨੂੰ ਕਵਰ ਕਰਦਾ। ਸੋ ਜੇ ਉਹਦੀ ਕੈਲਕੂਲੇਸ਼ਨ ਦੇ ਵਿੱਚ ਤੁਸੀਂ ਆਓਗੇ ਤਾਂ ਫਿਰ ਆ ਸਕਦੇ ਹੋ, ਜੇ ਉਹਦੀ ਕੈਲਕੂਲੇਸ਼ਨ 'ਚ ਨਹੀਂ ਤਾਂ ਫਿਰ ਨਹੀਂ ਆ ਸਕਦੇ। ਅਤੇ ਇੱਕ ਹੋਰ ਕੁਐਸਚਨ ਆ, ਉਹਨਾਂ ਨੇ ਕਿਹਾ ਜੀ ਕਿ ਪਟੀਸ਼ਨ I-130 ਦੇ ਵਿੱਚ ਬ੍ਰਦਰ ਸਿਸਟਰ ਦਾ ਅਪਲਾਈ ਕੀਤਾ ਸੀਗਾ, ਅਤੇ 2019 'ਚ ਕੀਤਾ, ਅਤੇ ਕਿੰਨਾ ਟਾਈਮ ਲੱਗੇਗਾ। ਅਤੇ ਜਿਹੜੇ 18 ਸਾਲ ਤੋਂ ਉੱਪਰ ਬੱਚੇ ਆ ਉਹ ਆ ਸਕਦੇ। ਦੇਖੋ ਗੱਲ ਇਹ ਆ ਵੀ 19 'ਚ ਅਪਲਾਈ ਤੁਸੀਂ ਕੀਤਾ, F4 ਅਜੇ ਤਾਂ 2005 ਚੱਲ ਰਿਹਾ, ਅਤੇ ਇਹਨੂੰ ਬਹੁਤ ਟਾਈਮ ਲੱਗੇਗਾ। ਇਸ ਹਿਸਾਬ ਨਾਲ 14 ਸਾਲ ਹੋਰ ਲੱਗਣੇ ਚਾਹੀਦੇ ਆ। ਅਤੇ ਜਿਹੜੇ ਬੱਚੇ ਹੈਗੇ ਆ ਉਹ 21 ਸਾਲ ਤੋਂ ਘੱਟ ਆ ਸਕਦੇ ਆ, ਜੇ 21 ਤੋਂ ਵੱਧ ਹੈਗੇ ਤਾਂ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਹੀ ਆ ਸਕਦੇ ਆ। ਅਤੇ ਇਸ ਤੋਂ ਬਾਅਦ ਇੱਕ ਹੋਰ ਕੁਐਸਚਨ ਆ, ਉਹਨਾਂ ਨੇ ਕਿਹਾ ਵੀ C1D 'ਤੇ ਮੈਂ ਇੱਥੇ ਆਇਆ ਤਾਂ ਮੈਂ ਪੱਕਾ ਹੋ ਸਕਦਾ। ਦੇਖੋ ਇਸ ਤਰ੍ਹਾਂ ਕਿ ਜਿਹੜਾ C1D ਹੈਗਾ ਇਹਦੇ ਉੱਤੇ ਤੁਸੀਂ ਜੇ ਇੱਥੇ ਅਮਰੀਕਾ ਦੇ ਵਿੱਚ
ਆਏ ਹੈਗੇ ਆ ਤਾਂ ਤੁਸੀਂ ਇੱਥੇ ਆਪਣਾ ਸਟੇਟਸ ਚੇਂਜ ਵਿਆਹ ਜਾਂ ਕਿਸੇ ਹੋਰ ਚੀਜ਼ 'ਚ ਨਹੀਂ ਕਰ ਸਕਦੇ। ਪਰ ਤੁਸੀਂ ਜੇ ਤੁਹਾਡੇ ਕੋਲ ਕੋਈ ਗਰਾਊਂਡ ਬਣਦਾ, ਤੁਹਾਨੂੰ ਕੋਈ ਰੀਅਲੀ ਪ੍ਰੋਬਲਮ ਹੈ ਤਾਂ ਅਸਾਈਲਮ ਦਾ ਕੇਸ ਕਰ ਸਕਦੇ ਹੋ। ਉਹ ਵੀ ਤਾਂ ਕਰਨਾ ਜੇ ਕੋਈ ਤੁਹਾਨੂੰ ਸੱਚਾ ਜਿਹੜੀ ਕੋਈ ਪਰਸੀਕਿਊਸ਼ਨ ਹੋਈ ਹੈ ਜਾਂ ਸੱਚਾ ਕੇਸ ਬਣਦਾ, ਉੱਦਾਂ ਹੀ ਨਹੀਂ। ਪਰ ਤੁਸੀਂ ਵਿਆਹ ਵਗੈਰਾ ਜਾਂ ਹੋਰ ਕਰਕੇ ਨਹੀਂ ਹੋ ਸਕਦੇ। ਅਤੇ ਉਸ ਤੋਂ ਬਾਅਦ ਇੱਕ ਹੋਰ ਸਵਾਲ ਹੈ, ਉਹਨਾਂ ਨੇ ਕਿਹਾ ਕਿ F4 ਕੇਸ ਦਾ ਟਾਈਮ ਪੂਰਾ ਹੋਣ 'ਤੇ ਅੰਬੈਸੀ ਕਿਹੜੇ ਡਾਕੂਮੈਂਟ ਮੰਗਦੀ ਹੈ। ਦੇਖੋ, ਅੰਬੈਸੀ ਜਿਹੜੇ ਡਾਕੂਮੈਂਟ ਮੰਗਦੀ ਹੈ ਬੇਸਿਕਲੀ ਅੰਬੈਸੀ ਤਾਂ ਬਾਅਦ 'ਚ ਮੰਗਦੀ, ਪਹਿਲਾਂ ਤਾਂ NVC ਵਾਲੇ ਮੰਗਦੇ ਆ। ਉਹਦੇ ਵਿੱਚ ਉਹ ਬੇਸਿਕਲੀ ਥੋੜ੍ਹੇ ਸਿਵਲ ਡਾਕੂਮੈਂਟ ਮੰਗਦੇ, ਜਿਵੇਂ ਪੁਲਿਸ ਕਲੀਅਰੈਂਸ ਸਰਟੀਫਿਕੇਟ, ਪਾਸਪੋਰਟ ਕਲੀਅਰੈਂਸ ਸਰਟੀਫਿਕੇਟ ਹੋ ਗਿਆ, ਤੁਹਾਡੇ ਜਿਹੜੇ ਇੰਡੀਆ ਤੋਂ ਜਿਹੜੀਆਂ ਹੈਗੇ ਬਰਥ ਸਰਟੀਫਿਕੇਟ ਦੀ ਕਾਪੀ, ਮੈਰਿਜ ਸਰਟੀਫਿਕੇਟ ਦੀ ਕਾਪੀ ਹੋ ਗਈ, ਫੋਟੋਆਂ ਹੋ ਗਈਆਂ। ਉਹਦੇ ਨਾਲ ਜਿਹੜਾ ਤੁਹਾਡਾ ਇੱਥੇ ਜਿਹੜਾ ਭੈਣ ਭਰਾ ਸਪੋਂਸਰ ਆ, ਜਿਹੜਾ ਸਿਟੀਜ਼ਨ ਆ, ਉਹਦਾ ਜਿਹੜਾ ਐਫੀਡੇਵਿਟ ਆਫ ਸਪੋਰਟ, ਉਹਦੇ ਟੈਕਸ ਦੇ ਪੇਪਰ, ਜੇ ਉਹਦੀ ਇਨਕਮ ਘੱਟ ਆ ਕਿਸੇ ਹੋਰ ਦਾ, ਇਹ ਚੀਜ਼ਾਂ ਜਿਹੜੇ ਨੇ ਉਹ ਮੰਗਦੇ ਆ ਇਹਦੇ ਵਿੱਚ। ਅਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਮੈਨੂੰ ਜਿਹੜੇ ਹੋਰ ਸਵਾਲ ਲਿਖ ਕੇ ਭੇਜੋ, ਮੈਂ ਉਹਦਾ ਜਵਾਬ ਜ਼ਰੂਰ ਦਿਆਂਗਾ। ਚੰਗਾ ਜੀ, ਸਤਿ ਸ਼੍ਰੀ ਅਕਾਲ।